ਸਤਿ ਸ੍ਰੀ ਅਕਾਲ ਜੀ। ਮੈਂ ਡਾਕਟਰ ਜੋਗਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ, ਗੌਰਮੈਂਟ ਕਾਲਜ ਐਲਨਾਬਾਦ। ਸਾਡਾ ਅੱਜ ਦਾ ਵਿਸ਼ਾ BA ਭਾਗ ਦੂਜਾ ਸਮੈਸਟਰ ਤੀਜੇ ਵਿੱਚ ਲੱਗੀ ਹੋਈ ਕਿਤਾਬ ਕਥਾ ਯਾਤਰਾ ਦੇ ਵਿੱਚ ਕਹਾਣੀ ਕਿਰਪਾਲ ਕਜ਼ਾਕ ਦੀ ਕਹਾਣੀ ਲੱਗੀ ਹੋਈ ਹੈ ਹੁਮਸ। ਉਸ ਦੇ ਬਾਰੇ ਚਰਚਾ ਕਰਾਂਗੇ। ਕਿਰਪਾਲ ਕਜ਼ਾਕ ਦੀ ਕਹਾਣੀ ਹੁਮਸ ਬਾਰੇ ਚਰਚਾ ਕਰਨ ਤੋਂ ਪਹਿਲਾਂ ਉਹਨਾਂ ਦੇ ਜਨਮ, ਰਚਨਾ ਅਤੇ ਸਾਹਿਤਕ ਦੇਣ ਬਾਰੇ ਵੀ ਗੱਲ ਕਰਨੀ ਜ਼ਰੂਰੀ ਬਣਦੀ ਹੈ। ਕਿਰਪਾਲ ਕਜ਼ਾਕ ਅਜੋਕੀ ਪੰਜਾਬੀ ਕਹਾਣੀ ਦਾ ਇੱਕ ਅਜਿਹਾ ਹਸਤਾਖਰ ਹੈ ਜੋ ਪੇਂਡੂ ਕਿਰਤੀ ਵਰਗ ਦੀ ਜੀਵਨ ਗਾਥਾ ਨੂੰ ਅਨੇਕ ਧਰਾਤਲਾਂ 'ਤੇ ਬੜੀ ਸ਼ਿੱਦਤ ਅਤੇ ਡੂੰਘੀ ਨੀਝ ਨਾਲ ਆਪਦੀਆਂ ਕਹਾਣੀਆਂ ਰਾਹੀਂ ਬਿਆਨ ਕਰਦਾ ਹੈ। ਜਿਹੜੀ ਸਮਰੱਥਾ ਕਿਰਪਾਲ ਕਜ਼ਾਕ ਦੇ ਵਿੱਚ ਹੈ ਉਹ ਕਿਸੇ ਹੋਰ ਪੰਜਾਬੀ ਕਹਾਣੀਕਾਰ ਦੇ ਰਾਹੀਂ ਉਜਾਗਰ ਅਜੇ ਤੱਕ ਨਹੀਂ ਹੋਈ। ਕਿਰਤੀ ਵਰਗ ਦਾ ਜਾਤੀ ਅਨੁਭਵ ਹੋਣ ਕਾਰਨ ਉਸਨੇ ਇਸ ਵਰਗ ਦੀ ਹੋਂਦ ਵਿਧੀ ਅਤੇ ਜਟਿਲ ਵਰਤਾਰੇ ਨੂੰ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰਸੰਗਾਂ ਅਤੇ ਦਵੰਦਾਂ ਸਮੇਤ ਮੂਰਤੀਮਾਨ ਕਰਕੇ ਪੰਜਾਬੀ ਕਹਾਣੀ ਦੇ ਪਸਾਰਾਂ ਨੂੰ ਹੋਰ ਮੋਕਲਾ ਕੀਤਾ ਹੈ। ਉਸ ਦੀ ਪ੍ਰਾਪਤੀ ਜਾਂ ਪ੍ਰਮਾਣਿਕਤਾ ਦੀ ਇਹ ਸੁੰਦਰ ਮਿਸਾਲ ਹੈ ਕਿ ਉਸ ਦੀਆਂ ਕਈ ਕਹਾਣੀਆਂ ਅੰਗਰੇਜ਼ੀ, ਹਿੰਦੀ ਅਤੇ ਉਰਦੂ ਵਿੱਚ ਅਨੁਵਾਦ ਹੋ ਕੇ ਬਹੁਤ ਨਾਮਣਾ ਖੱਟ ਚੁੱਕੀਆਂ ਹਨ। ਕਿਰਪਾਲ ਕਜ਼ਾਕ ਦਾ ਜਨਮ 15 ਜਨਵਰੀ 1943 ਈਸਵੀ ਨੂੰ ਪਿੰਡ ਬੰਦੋਕੇ, ਜ਼ਿਲ੍ਹਾ ਸ਼ੇਖੂਪੁਰਾ, ਪਾਕਿਸਤਾਨ ਵਿੱਚ ਸਰਦਾਰ ਸਾਧੂ ਸਿੰਘ ਦੇ ਘਰ ਹੋਇਆ। ਘਰ ਦੀ ਆਰਥਿਕ ਹਾਲਤ ਸੁਖਾਵੀਂ ਨਾ ਹੋਣ ਕਾਰਨ ਉਹ ਸਕੂਲ ਪੱਧਰ ਤੱਕ ਦੀ ਹੀ ਵਿੱਦਿਆ ਪ੍ਰਾਪਤ ਕਰ ਸਕਿਆ। ਤੰਗੀਆਂ ਤੁਰਸੀਆਂ ਭਰੇ ਜੀਵਨ ਦੇ ਨਿਰਵਾਹ ਲਈ ਉਸ ਨੂੰ ਕਈ ਤਰ੍ਹਾਂ ਦੇ ਨਿੱਕੇ ਮੋਟੇ ਕੰਮ ਕਰਨੇ ਪਏ, ਪਰ ਉਸ ਨੇ ਸਾਹਿਤ ਪ੍ਰਤੀ ਆਪਣੀ ਸੰਵੇਦਨਾ ਨੂੰ ਕਦੀ ਵੀ ਮੱਠਾ ਨਹੀਂ ਪੈਣ ਦਿੱਤਾ। ਸੰਘਰਸ਼ ਦਾ ਇੱਕ ਲੰਮਾ ਪੈਂਡਾ ਤੈਅ ਕਰਕੇ ਅੱਜ ਕੱਲ੍ਹ ਉਹ ਪੰਜਾਬੀ ਯੂਨੀਵਰਸਿਟੀ ਸਾਹਿਤ ਅਧਿਐਨ ਵਿਭਾਗ ਵਿੱਚ ਬਤੌਰ ਲੋਕਯਾਨ ਸਹਾਇਕ ਦੇ ਨੌਕਰੀ ਕਰਦਿਆਂ ਹੋਇਆਂ ਸਾਹਿਤ ਸਿਰਜਣਾ ਦੇ ਕਾਰਜ ਵਿੱਚ ਨਿਰੰਤਰ ਕਾਰਜਸ਼ੀਲ ਹੈ। ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਹੀ 2 ਸਾਲ ਪਹਿਲਾਂ ਲਗਭਗ ਕਿਰਪਾਲ ਕਜ਼ਾਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਿਟਾਇਰ ਹੋਏ ਹਨ। ਕਜ਼ਾਕ ਨੇ ਆਪਣੀ ਰਚਨਾਤਮਕ ਪ੍ਰਤਿਭਾ ਕਹਾਣੀ, ਨਾਵਲ, ਨਾਟਕ ਅਤੇ ਕਬੀਲਾ ਸੱਭਿਆਚਾਰ ਦੀ ਖੋਜ ਦੇ ਖੇਤਰ ਵਿੱਚ ਉਜਾਗਰ ਕੀਤੀ ਹੈ, ਪਰ ਉਸ ਨੂੰ ਵਧੇਰੇ ਪ੍ਰਵਾਨਗੀ ਕਹਾਣੀਕਾਰ ਦੇ ਤੌਰ ਤੇ ਹੀ ਮਿਲੀ ਹੈ। ਉਸ ਦੀਆਂ ਰਚਨਾਵਾਂ ਬਾਰੇ ਜ਼ਿਕਰ ਕਰਦੇ ਹੋਏ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕਹਾਣੀ ਸੰਗ੍ਰਹਿ ਦੀ ਜੇ ਗੱਲ ਕਰੀਏ ਤਾਂ ਕਾਲਾ ਇਲਮ, ਸੂਰਜਮੁਖੀ ਪੁੱਛਦੇ ਨੇ, ਅੱਧਾ ਪੁਲ, ਹੁਮਸ, ਨਾਵਲ ਉਹਨਾਂ ਦਾ ਕਾਲਾ ਪੱਤਣ, ਨਾਟਕ ਕੰਧਾਂ ਤੋਂ ਬਿਨਾਂ, ਸੂਰਜ ਦਾ ਸ਼ਿਕਾਰ, ਦਲਦਲ, ਵਾਰਸ ਅਤੇ ਖੋਜ ਦੀ ਅਗਰ ਕਿਤਾਬ ਦਾ ਜ਼ਿਕਰ ਕੀਤਾ ਜਾਵੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਸਭ ਤੋਂ ਪ੍ਰਸਿੱਧੀ ਵੀ ਮਿਲੀ, ਸਿਗਲੀਗਰ ਕਬੀਲੇ ਦਾ ਸੱਭਿਆਚਾਰ ਅਤੇ ਲੋਕ ਕਬੀਲਾ ਅਤੇ ਸੱਭਿਆਚਾਰ, ਇਹ ਕਿਤਾਬਾਂ ਖੋਜ ਬਾਰੇ ਉਹਨਾਂ ਨੇ ਪੰਜਾਬੀ ਸਾਹਿਤ ਜਗਤ ਨੂੰ ਭੇਂਟ ਕੀਤੀਆਂ। ਕਲਾਸ ਵਿੱਚ ਲੱਗੀ ਹੋਈ ਕਹਾਣੀ ਕਥਾ ਯਾਤਰਾ ਕਿਤਾਬ ਦੇ ਵਿੱਚ ਜਿਹੜੀ ਕਹਾਣੀ ਹੈ ਉਹ ਹੁਮਸ ਕਹਾਣੀ ਹੈ, ਅਤੇ ਹੁਮਸ ਕਹਾਣੀ ਕਿਰਪਾਲ ਕਜ਼ਾਕ ਦੀ ਕਿਰਤੀ ਵਰਗ ਨੂੰ ਲੈ ਕੇ ਇੱਕ ਇਸ ਤਰ੍ਹਾਂ ਦੀ ਕਹਾਣੀ ਹੈ ਕਿ ਜਿਹਦੇ ਵਿੱਚ ਸਮਾਜ ਦੇ ਇੱਕ ਕਿਸੇ ਖਾਸ ਵਰਗ ਦਾ ਜਿਹੜਾ ਹੈ ਉਹ ਚਿਤਰਣ ਉਹਦੇ 'ਚ ਬਿਆਨ ਹੁੰਦਾ ਹੈ। ਕਹਾਣੀ ਦੇ ਸਾਹਿਤਕ ਪੜਚੋਲ ਬਾਰੇ ਅਸੀਂ ਚਰਚਾ ਕਰਾਂਗੇ ਤਾਂ ਸਭ ਤੋਂ ਪਹਿਲਾਂ ਕਹਾਣੀ ਦਾ ਸਾਹਿਤਕ ਪੜਚੋਲ ਦੇ ਸੰਦਰਭ ਵਿੱਚ ਵਿਸ਼ੇ ਬਾਰੇ ਗੱਲ ਕਰਨੀ ਬਣਦੀ ਹੈ। ਵਿਸ਼ਾ ਅਤੇ ਉਦੇਸ਼ ਕਿਸੇ ਵੀ ਕਹਾਣੀ ਦਾ ਸਭ ਤੋਂ ਪ੍ਰਮੁੱਖ ਹੁੰਦਾ ਹੈ।
ਵਿਸ਼ੇ ਬਾਰੇ ਗੱਲ ਕਰਦਿਆਂ ਹੋਇਆ ਮੈਂ ਤੁਹਾਨੂੰ ਦੱਸ ਦਿੰਦਾ ਕਿ ਹੋਮਸ ਕਹਾਣੀ ਭਾਵੇਂ ਕਿਰਪਾਲ ਕਜਾਗ ਦੀ ਲਿਖੀ ਹੋਈ ਹੈ, ਪਰ ਇਸ ਦਾ ਵੱਡਾ ਵਿਸ਼ਾ ਪਿੰਡਾਂ ਦੇ ਗਰੀਬ ਦਲਿਤ ਵਰਗ ਦੇ ਦੁਰਦਸ਼ਾ ਭਰੇ ਜੀਵਨ ਦੀ ਇੱਕ ਝਾਕੀ ਹੈ। ਆਪਣੀਆਂ ਲੋੜਾਂ ਤੇ ਥੁੜਾਂ ਦਾ ਮਾਰਿਆ ਗਰੀਬ ਕਿਸਾਨ ਵਰਗ ਸਾਰੀ ਉਮਰ ਕਰਜ਼ੇ ਦੇ ਭਾਰ ਲਾਉਂਦਾ ਸੀਰੀ ਬਣ ਕੇ ਆਪਣੀ ਖੱਲ ਲਵਾਉਂਦਾ ਹੈ। ਅਮੀਰ ਜ਼ਿਮੀਂਦਾਰ ਓਪਰੀ ਆਪਣਤ ਦੀ ਮਿੱਠੀ ਗੋਲੀ ਦੇ ਕੇ ਉਸ ਤੋਂ ਹਰ ਤਰ੍ਹਾਂ ਦੇ ਕੰਮ ਕਰਾ ਕੇ ਆਪਣਾ ਉੱਲੂ ਸਿੱਧਾ ਕਰਦਾ ਹੈ। ਗੰਨੇ ਦੇ ਰਸ ਨਿਚੋੜਨ ਵਾਂਗ ਮਗਰੋਂ ਫੋਗ ਹੋਏ ਸੀਰੀ ਨੂੰ ਬਾਹਰ ਵਗਾ ਮਾਰਦਾ ਹੈ। ਨਿਮਨ ਵਰਗ ਦਾ ਸੀਰੀ ਘਰ ਦੀ ਇੱਜ਼ਤ ਖਾਤਰ ਵਾਹ ਲੱਗਦੇ ਨੂੰਹਾਂ ਧੀਆਂ ਨੂੰ ਘਰੋਂ ਬਾਹਰ ਪੈਰ ਨਹੀਂ ਪਾਉਣ ਦਿੰਦਾ, ਪਰੰਤੂ ਬੇਬਸੀ ਦੀ ਹਾਲਤ ਤੇ ਆਰਥਿਕ ਤੰਗੀ ਇਸ ਰਾਮਕਾਰ ਨੂੰ ਟੁੱਟਣ ਲਈ ਮਜਬੂਰ ਕਰ ਦਿੰਦੀ ਹੈ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਕੀੜੂ ਨੇ 20 ਸਾਲ ਜੋਰਾ ਸਿਉਂ ਜ਼ਮੀਂਦਾਰ ਦੇ ਸੀਰੀ ਦਾ ਕੰਮ ਕੀਤਾ ਸੀ। ਉਸ ਨੇ ਉਸ ਦੀ ਸ਼ੈ ਉੱਤੇ ਉਸ ਦੇ ਇੱਕੋ ਇੱਕ ਸਾਲੇ ਨੂੰ ਮਾਰ ਦਿੱਤਾ ਤੇ ਇਸ ਤਰ੍ਹਾਂ ਬਿਨਾਂ ਧੂੰ ਨਿਕਲੇ ਜੋਰਾ ਸਿਉਂ ਆਪਣੇ ਸੱਸ ਸਹੁਰੇ ਦੀ ਜ਼ਮੀਨ ਆਪਣੇ ਪੇਟੇ ਪਾ ਗਿਆ। ਉਸ ਨੇ ਕੀੜੂ ਨਾਲ ਝੂਠੀ ਆਪਣਤ ਜਤਾਉਂਦਿਆਂ ਉਸ ਨੂੰ ਆਪਣਾ ਭਗਵਟ ਭਰਾ ਕਿਹਾ ਤੇ ਉਹ ਇਮਾਨਦਾਰੀ ਨਾਲ ਜਾਨ ਤੋੜ ਕੇ ਉਸ ਦੇ ਖੇਤਾਂ ਵਿੱਚ ਕੰਮ ਕਰਦਾ ਰਿਹਾ। ਉਸ ਦੀ ਪਤਨੀ ਦੇਵਕੀ ਸਰਦਾਰਾਂ ਦੇ ਚੁਬਾਰੇ ਵਿੱਚੋਂ ਡਿੱਗ ਕੇ ਮਰ ਗਈ, ਜਿਸ ਦਾ ਕਾਰਨ ਇਹ ਸੀ ਕਿ ਉਸ ਨੂੰ ਸਰਦਾਰਾਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਜੋਰਾ ਸਿਉਂ ਨੇ ਫਿਰ ਉਸ ਨਾਲ ਝੂਠੀ ਆਪਣਤ ਜ਼ਾਹਿਰ ਕੀਤੀ। ਫਿਰ ਚਹੁੰ ਦਿਨਾਂ ਮਗਰੋਂ ਜਦੋਂ ਉਹ ਆਪ ਕੰਮ ਕਰਦਿਆਂ ਟਰੈਕਟਰ ਹੇਠਾਂ ਆ ਗਿਆ ਤਾਂ ਸਰਦਾਰ ਉਹਨਾਂ ਚਿਰ ਉਹਨਾਂ ਦੇ ਪੈਰਾਂ ਵਿੱਚ ਵਿਛੇ ਰਹੇ ਜਿੰਨਾ ਚਿਰ ਉਹ ਰਾਜੀਨਾਮਾ ਕਰਕੇ ਉਸ ਦੇ ਹੱਥ ਵੱਢ ਕੇ ਨਾ ਦਿੱਤੇ। ਪਰ ਜਦੋਂ ਰਾਜੀਨਾਮਾ ਹੋ ਗਿਆ ਤਾਂ ਉਹਨਾਂ ਨੇ ਉਸ ਦਾ ਖੰਘਿਆ ਵੀ ਉਸ ਦੀ ਉਜਰਤ ਵਿੱਚੋਂ ਕੱਟ ਲਿਆ ਤੇ ਉਸ ਦੇ ਅਪਾਹਜ ਹੋਣ ਤੇ ਰੱਤਾ ਵੀ ਤਰਸ ਨਹੀਂ ਖਾਧਾ। ਫਿਰ ਜਦੋਂ ਮਜਬੂਰੀ ਦੀ ਹਾਲਤ ਵਿੱਚ ਉਸ ਦੀਆਂ ਧੀਆਂ ਦਿਹਾੜੀ ਲਾਉਣ ਲਈ ਜੋਰਾ ਸਿੰਘ ਦੇ ਆਲੂ ਸਟੋਰ 'ਤੇ ਜਾਂਦੀਆਂ ਹਨ ਤਾਂ ਉਸ ਨੂੰ ਉਹਨਾਂ ਦੀ ਇੱਜ਼ਤ ਖਤਰੇ ਵਿੱਚ ਪੈ ਗਈ ਜਾਪਦੀ ਹੈ ਤੇ ਉਹ ਬੇਚੈਨ ਹੋ ਜਾਂਦਾ ਹੈ। ਉਹ ਟਕੂਏ ਦਾ ਜੋਰਾ ਸਿਉਂ ਨੂੰ ਵੱਢ ਦੇਣਾ ਚਾਹੁੰਦਾ ਹੈ, ਪਰ ਉਹ ਬੇਬਸ ਹੈ ਕਿਉਂਕਿ ਉਹ ਅਪਾਹਿਜ ਹੋ ਚੁੱਕਾ ਹੈ। ਇਸ ਤਰ੍ਹਾਂ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਕਹਾਣੀਕਾਰ ਨੇ ਪੇਂਡੂ ਦਲਿਤ ਵਰਗ ਦੀ ਗਰੀਬੀ, ਤੰਗੀਆਂ ਤੇ ਬੇਵਸੀਆਂ ਨੂੰ ਵਿਸ਼ਾ ਬਣਾਇਆ ਹੈ ਤੇ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਜ਼ਮੀਂਦਾਰ ਉਹਨਾਂ ਦੇ ਹੱਕ ਮਾਰਦੇ ਹਨ, ਉਹਨਾਂ ਤੋਂ ਗਲਤ ਕੰਮ ਕਰਾਉਂਦੇ ਹਨ, ਉਹਨਾਂ ਨਾਲ ਝੂਠੀ ਆਪਣਤ ਜ਼ਾਹਰ ਕਰਦੇ ਨੇ ਤੇ ਬੜੀ ਬੇਦਰਦੀ ਨਾਲ ਉਹਨਾਂ ਦਾ ਸ਼ੋਸ਼ਣ ਕਰਦੇ ਹਨ। ਕਹਾਣੀ ਦਾ ਵਿਸ਼ਾ ਦੇਖਿਆ ਜਾਵੇ ਤਾਂ ਬਹੁਤ ਹੀ ਯਥਾਰਥਕ ਅਤੇ ਬਹੁਤ ਹੀ ਮਹੱਤਵਪੂਰਨ ਹੈ। ਉਦੇਸ਼ ਦੀ ਗੱਲ ਕਰੀਏ ਤਾਂ ਇਸ ਕਹਾਣੀ ਦਾ ਉਦੇਸ਼ ਸਾਡਾ ਧਿਆਨ ਪਿੰਡਾਂ ਵਿੱਚ ਨਿਮਨ ਵਰਗ ਦੇ ਲੋਕਾਂ ਦੀ, ਜਿਹੜੇ ਕਿ ਜ਼ਮੀਂਦਾਰਾਂ ਦੇ ਸੀਰੀ ਬਣ ਕੇ ਕੰਮ ਕਰਦੇ ਹਨ, ਗਰੀਬਾਂ, ਤੰਗੀਆਂ ਤੇ ਬੇਬਸੀਆਂ ਭਰੀ ਹਾਲਤ ਨੂੰ ਦਰਸਾ ਕੇ ਇਹਨਾਂ ਦੇ ਸੁਧਾਰ ਲਈ ਯਤਨ ਕਰਨ ਦੀ ਪ੍ਰੇਰਣਾ ਪੈਦਾ ਕਰਦਾ ਹੈ ਤੇ ਇਸ ਗੱਲ ਦੀ ਲੋੜ ਨੂੰ ਅਨੁਭਵ ਕਰਾਉਣਾ ਹੈ ਕਿ ਇਸ ਲੁੱਟ-ਖਸੁੱਟ, ਸ਼ੋਸ਼ਣ ਤੇ ਗਰੀਬੀ ਦੀ ਦੁਰਦਸ਼ਾ ਭਰੀ ਹਾਲਤ ਨੂੰ ਦੂਰ ਕਰਨ ਲਈ ਸਰਕਾਰ ਨੂੰ ਕਾਨੂੰਨ ਬਣਾਉਣੇ ਚਾਹੀਦੇ ਹਨ। ਇੱਥੇ ਥੋੜ੍ਹਾ ਜਿਹਾ ਕਹਾਣੀ ਦੇ ਪਲਾਟ ਬਾਰੇ ਵੀ ਜ਼ਿਕਰ ਕਰਨਾ ਜ਼ਰੂਰ ਬਣ ਜਾਂਦਾ ਹੈ। ਇਸ ਕਹਾਣੀ ਦਾ ਪਲਾਟ ਸਾਡੇ ਪੇਂਡੂ ਜੀਵਨ ਵਿੱਚੋਂ ਲਿਆ ਗਿਆ ਹੈ, ਜੋ ਕਿ ਬੜਾ ਯਥਾਰਥੀ ਤੇ ਕੁਦਰਤੀ ਹੈ। ਕੀੜੂ ਦਾ ਜੋਰਾ ਸਿਉਂ ਜ਼ਮੀਂਦਾਰ ਦਾ ਸੀਰੀ ਬਣ ਕੇ 20 ਸਾਲ ਕੰਮ ਕਰਨਾ, ਉਸ ਦੇ ਇਸ਼ਾਰੇ ਉੱਤੇ ਉਸ ਦੇ ਸਾਲੇ ਦਾ ਕਤਲ ਕਰਨਾ, ਜੋਰਾ ਸਿਉਂ ਦਾ ਉਸ ਨਾਲ ਝੂਠੀ ਆਪਣਤ ਪੈਦਾ ਕਰਨਾ, ਉਸ ਦੀ ਪਤਨੀ ਦੀ ਇੱਜ਼ਤ ਤੇ ਜਾਨ ਸੁਰੱਖਿਅਤ ਨਾ ਰਹਿਣੀ, ਕੀੜੂ ਦੇ ਟਰੈਕਟਰ ਥੱਲੇ ਆਉਣ ਮਗਰੋਂ ਉਸ ਨਾਲ ਰਾਜੀਨਾਮਾ ਕਰਨ ਤੱਕ ਪਿਆਰ ਭਰਿਆ ਵਰਤਾਓ ਕਰਨਾ, ਪਰ ਬਾਅਦ ਵਿੱਚ ਗੈਰ ਇਨਸਾਨੀ ਵਰਤਾਓ ਕਰਨਾ, ਕੁੰਦਨ ਸਿੰਘ ਸ਼ਰੀਕ ਦਾ ਉਸ ਨੂੰ ਜੋਰਾ ਸਿਉਂ ਵਿਰੁੱਧ ਮੁਕੱਦਮਾ ਕਰਨ ਲਈ ਉਕਸਾਉਣਾ, ਕੀੜੀ ਨੂੰ ਹੌਸਲਾ ਨਾ ਕਰਦਿਆਂ ਦੇਖ ਕੇ ਉਸ ਨੂੰ ਬੁਰਾ ਤੇ ਭਲਾ ਬੋਲਣਾ, ਕੀੜੂ ਦੀ ਧੀ ਮੈਨਾ ਦਾ ਦਿਹਾੜੀ ਕਰਨ ਦਾ ਫੈਸਲਾ ਕਰਨਾ, ਉਸ ਦਾ ਆਪਣੀ ਭੈਣ ਸਮੇਤ ਬਸੰਤੀ ਨਾਲ ਆਲੂ ਸਟੋਰ 'ਤੇ ਜਾਣਾ, ਮਗਰੋਂ ਕੀੜੂ ਦਾ ਬੇਚੈਨ ਹੋਣਾ। ਕਹਾਣੀ ਜਿਹੜੀ ਹੈ ਉਹ ਬੜੀ ਸੁਆਦਲੀ ਤੇ ਉਤਸੁਕਤਾ ਭਰੀ ਹੈ। ਇਸ ਦੀ ਸ਼ੁਰੂਆਤ ਜਿਹੜੀ ਹੈ ਬੜਾ ਖਿੱਚ ਭਰੀ ਹੋਈ ਹੈ, ਜਿਹੜਾ ਮੱਧ ਹੈ ਉਹ ਸੁਆਦਲਾ ਹੈ ਤੇ ਅੰਤ ਬਹੁਤ ਹੀ ਪ੍ਰਭਾਵਸ਼ਾਲੀ ਹੈ। ਕਹਾਣੀ ਦੇ ਸਭ ਤੋਂ ਵੱਡੇ 3 ਪਹਿਲੂ ਹੁੰਦੇ ਨੇ: ਆਦਿ, ਮੱਧ ਤੇ ਅੰਤ।
ਕਹਾਣੀ ਵਿੱਚ ਮੁੱਢ ਤੋਂ ਲੈ ਕੇ ਅਖੀਰ ਤੱਕ ਪ੍ਰਭਾਵ ਦੀ ਏਕਤਾ ਕਾਇਮ ਰਹਿੰਦੀ ਹੈ। ਤਾਂ ਸਮੁੱਚੇ ਤੌਰ 'ਤੇ ਅਗਰ ਦੇਖਿਆ ਜਾਏ ਤਾਂ ਪਲਾਟ ਬਹੁਤ ਹੀ ਇੱਕ ਸੁਚੱਜਾ ਹੈ, ਤਰਤੀਬਵਾਰ ਜੋ ਕਹਾਣੀਕਾਰ ਨੇ ਪਲਾਟ ਦੀ ਉਸਾਰੀ ਕੀਤੀ ਹੈ। ਵਾਤਾਵਰਨ ਤੇ ਵਾਰਤਾਲਾਪ ਤੋਂ ਪਹਿਲਾਂ ਕਹਾਣੀ ਦੇ ਵਿੱਚ ਪਾਤਰ ਚਿੱਤਰਨ ਦੀ ਗੱਲ ਕਰਨੀ ਬਣਦੀ ਹੈ। ਇਸ ਕਹਾਣੀ ਦੇ ਪਾਤਰ ਸਾਡੇ ਪੇਂਡੂ ਜੀਵਨ ਨਾਲ ਸੰਬੰਧਿਤ ਹਨ। ਇੱਕ ਪਾਸੇ ਜੋਰਾ ਸਿਉਂ ਅਤੇ ਕੁੰਦਨ ਸਿੰਘ ਵਰਗੇ ਵੱਡੇ ਜ਼ਮੀਂਦਾਰ ਹਨ, ਦੂਜੇ ਪਾਸੇ ਕੀੜੂ ਤੇ ਤਿਲੋਕੇ ਵਰਗੇ ਸੀਰੀ, ਇਹਨਾਂ ਤੋਂ ਬਿਨਾਂ ਬਸੰਤੀ ਮੈਨਾ ਆਦਿ ਇਹ ਸਾਰੇ ਇਸਤਰੀ ਪਾਤਰ ਹਨ। ਤੇ ਕਹਾਣੀ ਦੇ ਸਾਰੇ ਹੀ ਪਾਤਰ ਯਥਾਰਥਵਾਦੀ ਤੇ ਕੁਦਰਤੀ ਹਨ, ਕਿਉਂਕਿ ਇਹ ਸਾਰਾ ਜਿਹੜਾ ਦ੍ਰਿਸ਼ ਹੈ ਉਹ ਸਾਨੂੰ, ਇਹ ਸਾਰੇ ਪਾਤਰ ਪਿੰਡਾਂ ਵਿੱਚ ਆਮ ਅੱਜ ਵੀ ਸਾਨੂੰ ਦੇਖਣ ਨੂੰ ਮਿਲਦੇ ਹਨ। ਵਾਤਾਵਰਨ ਤੇ ਵਾਰਤਾਲਾਪ ਸਾਹਿਤਕ ਪੜਚੋਲ ਦੇ ਸੰਦਰਭ ਵਿੱਚ ਕਹਾਣੀ ਦੇ ਵਾਤਾਵਰਨ 'ਤੇ ਗੱਲ ਕਰੀਏ ਤਾਂ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਪਿੰਡ ਦੇ ਵਾਤਾਵਰਨ ਦਾ ਬੜਾ ਸਜੀਵ ਅਤੇ ਯਥਾਰਥਕ ਰੂਪ ਵਿੱਚ ਸਿਰਜਣਾ ਕੀਤੀ ਹੈ। ਜੋਰਾ ਸਿਉਂ ਦਾ ਘਰ, ਕੀੜੂ ਦਾ ਛੱਪਰ, ਪਿੰਡ ਦੀਆਂ ਗਲੀਆਂ ਤੇ ਫਿਰਨੀ ਆਦਿ ਦਾ ਜ਼ਿਕਰ ਇਸ ਵਿਚਲੇ ਪੇਂਡੂ ਵਾਤਾਵਰਨ ਨੂੰ ਪੂਰੀ ਤਰ੍ਹਾਂ ਸਾਡੇ ਸਾਹਮਣੇ ਪੇਸ਼ ਕਰਦਾ ਹੈ। ਵਾਰਤਾਲਾਪ ਇਸ ਕਹਾਣੀ ਵਿੱਚ ਲੋੜ ਅਨੁਸਾਰ ਵਾਰਤਾਲਾਪ ਦੀ ਵਰਤੋਂ ਵੀ ਹੈ, ਜੋ ਕਹਾਣੀ ਦੀ ਉਸਾਰੀ ਵਿੱਚ ਸਹਾਇਤਾ ਕਰਦੇ ਹਨ, ਪਾਤਰਾਂ ਦੇ ਸੁਭਾਵਾਂ ਨੂੰ ਉਘਾੜਦੇ ਹਨ ਤੇ ਨਿਖੇੜਦੇ ਵੀ ਹਨ। ਵਾਰਤਾਲਾਪ ਦੀ ਸੁਰ ਵਿੱਚ ਪਾਤਰਾਂ ਦੇ ਸੁਭਾਅ, ਸਥਿਤੀਆਂ ਅਤੇ ਸਥਿਤੀਆਂ ਦੇ ਬਦਲਣ ਨਾਲ ਜਿਹੜੇ ਉਤਾਰ ਤੇ ਚੜਾਅ ਪੈਦਾ ਹੁੰਦੇ ਹਨ ਉਹ ਸਪਸ਼ਟ ਰੂਪ ਵਿੱਚ ਨਜ਼ਰ ਆਉਂਦੇ ਹਨ। ਭਾਸ਼ਾ, ਸ਼ੈਲੀ ਤੇ ਸਿਰਲੇਖ। ਭਾਸ਼ਾ ਸ਼ੈਲੀ ਬਾਰੇ ਜੇਕਰ ਕੀਤਾ ਜਾਵੇ ਤਾਂ ਕਹਾਣੀ ਦੀ ਭਾਸ਼ਾ ਜਿਹੜੀ ਹੈ ਉਹ ਬੜਾ ਸੁਚੱਜੀ, ਸਹਿਜ ਤੇ ਬੜੀ ਪ੍ਰਭਾਵੀ ਭਾਸ਼ਾ ਹੈ। ਤੇ ਇਸ ਕਹਾਣੀ ਦੀ ਭਾਸ਼ਾ ਦੇ ਉੱਪਰ ਮਲਵਈ ਦਾ ਗੂੜਾ ਰੰਗ ਚੜਿਆ ਹੋਇਆ ਹੈ ਤੇ ਸ਼ੈਲੀ ਬਿਆਨੀਆਂ ਅਤੇ ਨਾਟਕੀ ਹੈ। ਸਵਾਦ ਨਾਲ ਭਰਪੂਰ ਭਾਸ਼ਾ ਵੀ ਦਰਸ਼ਨ ਹੁੰਦੇ ਹਨ ਤੇ ਸਾਹਿਤਕ ਗੁਣਾਂ ਨਾਲ, ਚਾਹੇ ਉਹ ਅਲੰਕਾਰ ਹੋਣ, ਚਾਹੇ ਭਾਵੇਂ ਉਹ ਰਸ ਹੋਵੇ, ਸਾਰੇ ਗੁਣ ਇਹਦੇ ਵਿੱਚ ਮੌਜੂਦ ਹਨ। ਹੁਣ ਗੱਲ ਕਰਦੇ ਹਾਂ ਸਿਰਲੇਖ ਦੀ। ਇਸ ਕਹਾਣੀ ਦਾ ਸਿਰਲੇਖ ਹੁਮਸ ਬੜਾ ਢੁਕਵਾਂ ਅਤੇ ਫਬਵਾਂ ਹੈ। ਇਸ ਦਾ ਇਹ ਸਿਰਲੇਖ ਇਸ ਦੀਆਂ ਅਜਿਹੀਆਂ ਪਰਿਸਥਿਤੀਆਂ ਦੇ ਆਧਾਰ 'ਤੇ ਰੱਖਿਆ ਹੈ ਜਿਨ੍ਹਾਂ ਵਿੱਚ ਇਸ ਦੇ ਮੁੱਖ ਪਾਤਰ ਕੀੜੂ ਦਾ ਸਾਹ ਘੁੱਟਦਾ ਹੈ। ਇਸ ਪ੍ਰਕਾਰ ਇਸ ਕਹਾਣੀ ਦਾ ਸਿਰਲੇਖ ਇਸ ਦੇ ਵਿਸ਼ੇ ਦੇ ਆਧਾਰ ਉੱਤੇ ਹੋਣ ਕਰਕੇ ਢੁਕਵਾਂ ਅਤੇ ਸਾਰਥਕ ਹੈ। ਅੰਤਿਕਾ ਅਤੇ ਧੰਨਵਾਦ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਇਸ ਕਹਾਣੀ ਦੇ ਲੇਖਕ ਕਿਰਪਾਲ ਕਜ਼ਾਕ ਬਾਰੇ ਦੋ ਗੱਲਾਂ ਹੋਰ ਕਰਨਾ ਚਾਹੁੰਦਾ ਹਾਂ ਕਿ ਕਿਰਪਾਲ ਕਜ਼ਾਕ ਦੀਆਂ ਜਿਹੜੀਆਂ ਮੁੱਢਲੀਆਂ ਕਹਾਣੀਆਂ ਸੀ ਉਹਨਾਂ ਵਿੱਚ ਰੋਮਾਂਸ ਦਾ ਅੰਸ਼ ਭਾਰੂ ਸੀ, ਪਰ ਉਸ ਤੋਂ ਪਿਛਲੇ ਦੌਰ ਦੀਆਂ ਕਹਾਣੀਆਂ ਵਿੱਚ ਉਹ ਪੰਜਾਬੀ ਜੀਵਨ ਦੇ ਯਥਾਰਥ ਨੂੰ ਚਿਤਰਨ ਵੱਲ ਵਧੇਰੇ ਝੁਕਿਆ ਹੈ। ਉਸ ਦੀ ਕਹਾਣੀ ਵਿੱਚ ਬੁੱਤ ਤਰਾਸ਼ੀ ਦੀਆਂ ਕਈ ਖੂਬੀਆਂ ਵਿੱਚੋਂ ਇੱਕ ਇਹ ਹੈ ਕਿ ਉਹ ਸ਼ਬਦਾਂ, ਵਾਕਾਂ ਤੇ ਦ੍ਰਿਸ਼ਾਂ ਨੂੰ ਤਿੱਖੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਤਰਾਸ਼ ਸਕਣ ਦੀ ਕਾਰਾਗਰੀ ਰੱਖਦਾ ਹੈ। ਉਸ ਦਾ ਨਾਂ ਆਧੁਨਿਕ ਕਹਾਣੀ ਦੇ ਪ੍ਰਤੀਨਿਧ ਕਹਾਣੀਕਾਰਾਂ ਵਿੱਚ ਸ਼ਾਮਿਲ ਹੈ। ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਗਲਪ ਪੁਰਸਕਾਰ ਤੇ ਭਾਸ਼ਾ ਵਿਭਾਗ ਵੱਲੋਂ ਵੀ ਕਈ ਪੁਰਸਕਾਰ ਪ੍ਰਾਪਤ ਹੋ ਚੁੱਕੇ ਹਨ। ਇਸ ਤੋਂ ਬਿਨਾਂ ਕਈ ਪੰਜਾਬੀ ਸਾਹਿਤਕ ਸੰਸਥਾਵਾਂ ਨੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਹੈ। ਉਹ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਿੱਚ ਆਪਣੇ ਗੰਭੀਰ ਖੋਜ ਕਾਰਜਾਂ ਵਿੱਚ ਵੀ ਰੁੱਝੇ ਰਹੇ ਹਨ। ਤੇ ਕਿਰਪਾਲ ਕਜ਼ਾਕ ਦੀ ਕਲਮ ਹਜੇ ਤੱਕ ਵੀ ਜਿਹੜੀ ਹੈ ਨਿਰੰਤਰ ਜਾਰੀ ਹੈ। ਤੇ ਵਿਦਿਆਰਥੀਆਂ ਲਈ ਥੋੜ੍ਹਾ ਜਿਹਾ ਮੈਂ
ਕੁਝ ਪ੍ਰਸ਼ਨਾਂ ਉੱਤੇ ਵੀ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਹੋਮਸ ਕਹਾਣੀ ਦਾ ਲੇਖਕ ਕੌਣ ਹੈ, ਜਾਂ ਕਿਰਪਾਲ ਕਜ਼ਾਕ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ, ਜਾਂ ਪਾਤਰਾਂ ਦੇ ਨਾਮ ਲਿਖ ਕੇ ਕਈ ਵਾਰੀ ਕੁਐਸਚਨ ਬਣ ਜਾਂਦਾ ਹੈ, ਜਿਵੇਂ ਕੀੜੂ, ਲੱਖੀ, ਜੋਰਾ ਸਿਉ, ਦੇਵਕੀ, ਮੈਨਾ, ਕੁੱਕਰ, ਬਸੰਤੀ, ਜੋਰਾ ਸਿਉ ਦੇ ਯਾਰ, ਪਾੜਾ, ਮੁੰਡਾ, ਕੁੰਦਨ ਸਿਉ, ਤਲੋਕਾ, ਭੂਰਾ ਲਾਲਾ ਕਿਸ ਕਹਾਣੀ ਦੇ ਪਾਤਰ ਹਨ। ਜਾਂ ਇਹ ਸਵਾਲ ਵੀ ਪੁੱਛਣਾ ਬਣ ਜਾਂਦਾ ਹੈ ਕਿ ਹੋਮਸ ਕਹਾਣੀ ਦਾ ਪਾਤਰ ਕਿਹੜਾ ਹੈ, ਜਾਂ ਮੈਨਾ ਕੀੜੂ ਦੀ ਕੀ ਲੱਗਦੀ ਹੈ, ਕੀੜੂ ਦੀ ਪਤਨੀ ਦਾ ਨਾਂ ਕੀ ਸੀ, ਕੀੜੂ ਦੇ ਜੋਰਾ ਸਿੰਘ ਨਾਲ ਸੰਬੰਧ ਕੀ ਹਨ, ਜੋਰਾ ਸਿਉਂ ਦਾ ਸ਼ਰੀਕ ਕੌਣ ਸੀ, ਭੂਰਾ ਲਾਲਾ ਕਿਸ ਚੀਜ਼ ਦਾ ਮਾਲਕ ਸੀ, ਕੀੜੂ ਸੀਰੀ ਬਣਨ ਤੋਂ ਪਹਿਲਾਂ ਕੀ ਕਰਦਾ ਰਿਹਾ ਸੀ, ਕੀੜੂ ਕਿੰਨੇ ਸਾਲ ਜੋਰਾ ਸਿਉਂ ਦਾ ਸੀਰੀ ਰਿਹਾ, ਜੋਰਾ ਸਿਉਂ ਪਹਿਲੀ ਨਜ਼ਰੇ ਕਿਹੋ ਜਿਹਾ ਬੰਦਾ ਜਾਪਦਾ ਸੀ, ਦੇਵਕੀ ਕਿਸ ਦੇ ਚੁਬਾਰੇ ਤੋਂ ਡਿੱਗ ਕੇ ਮਰੀ ਸੀ, ਪਿੰਡ ਦੇਵਕੀ ਨੂੰ ਕੀ ਕਹਿੰਦਾ ਸੀ, ਕੀੜੂ ਦੀ ਵੱਡੀ ਧੀ ਦਾ ਨਾਂ ਕੀ ਸੀ, ਮੈਨਾ ਕਿਸ ਦੇ ਘਰੋਂ ਚੌਲ ਲੈ ਕੇ ਆਈ ਸੀ, ਸ਼ੈਲਰ ਦਾ ਮਾਲਕ ਕੌਣ ਸੀ, ਹੋਮਸ ਕਹਾਣੀ ਦਾ ਸੰਬੰਧ ਕਿਸ ਸਮੇਂ ਨਾਲ ਹੈ, ਤੇ ਕੀੜੂ ਕਿਸ ਦੇ ਵਿਰੁੱਧ ਗੁੱਸੇ ਨਾਲ ਭਰਿਆ ਹੋਇਆ ਸੀ। ਤੇ ਸਵਾਲ ਇਹ ਵੀ ਬਣਦਾ ਹੈ ਕਿ ਕਥਾ ਯਾਤਰਾ ਕਹਾਣੀ ਸੰਗ੍ਰਹਿ ਦੀ ਅੰਤਲੀ ਕਹਾਣੀ ਦਾ ਸਿਰਲੇਖ ਕੀ ਹੈ। ਪਿਆਰੇ ਵਿਦਿਆਰਥੀਓ, ਉਮੀਦ ਕਰਦਾ ਹਾਂ ਕਿ ਤੁਹਾਨੂੰ ਕਿਰਪਾਲ ਕਜ਼ਾਕ ਦੀ ਲਿਖੀ ਹੋਈ ਕਹਾਣੀ ਹੋਮਸ ਬਾਰੇ ਇਹ ਵੀਡੀਓ ਲੈਕਚਰ ਬਹੁਤ ਹੀ ਚੰਗੀ ਸੇਧ ਦੇਣ ਦੀ ਖੇਚਲ ਹੋਊਗੀ। ਧੰਨਵਾਦ।